हाँ जी भी सत श्री अकाल साਰਿਆਂ ਨੂੰ ਤੇ ਸਵਾਗਤ ਆ ਸੰਵਿਧਾਨ ਦੀ ਤਲਾਸ਼ ਦੇ ਵਿੱਚ। ਮੇਰੇ ਚੈਨਲ ਤੇ ਐਨਸੀਈਆਰਟੀ ਬੜੀ ਵੱਖਰੀ ਚੱਲ ਰਹੀ ਹੈ ਜਿਹਦੇ ਵਿੱਚ 8ਵੀਂ ਦੀ 7ਵੀਂ ਦੀ ਤੇ ਉਹ ਜਿਹੜੀ 8ਵੀਂ 7ਵੀਂ ਦੀ ਐਨਸੀਈਆਰਟੀ ਕੰਪਲੀਟ ਕਰ ਚੁੱਕੀ ਹਾਂ। ਬਲਟੀ 6 ਦੀ ਸਟਾਰਟ ਕੀਤੀ ਹੈ ਤੇ ਨਾਲ ਦੀ ਨਾਲ ਮੈਂ ਪੂਰਾ ਸੰਵਿਧਾਨ ਵੀ ਡਿਟੇਲ ਦੇ ਵਿੱਚ ਕਰਵਾ ਰਹੀ ਹਾਂ। ਠੀਕ ਆ, ਸੋ ਆਪਾਂ ਭਾਗ 5ਵਾਂ ਜਿਹੜਾ ਸੀ ਕਰ ਰਹੇ ਸੀ। ਆਪਾਂ ਸੰਵਿਧਾਨ ਦਾ ਭਾਗ 5ਵਾਂ ਕਰ ਰਹੇ ਹਾਂ। ਭਾਗ 5ਵੇਂ ਦੇ ਵਿੱਚ ਸਾਡੇ ਕਿੰਨੇ ਆਰਟੀਕਲ ਕਵਰ ਹੁੰਦੇ ਆ? 51 ਤੋਂ ਲੈ ਕੇ 152। ਜਦੋਂ ਅਸੀਂ ਭਾਗ 5ਵੇਂ ਦੀ ਗੱਲ ਕਰਦੇ ਆ ਤੇ ਆਰਟੀਕਲ 51 ਤੋਂ 152 ਦੀ ਗੱਲ ਕਰਦੇ ਆ, ਇਹਦੇ ਵਿੱਚ ਸਾਡੀ ਆਉਂਦੀ ਆ ਕੇਂਦਰ ਸਰਕਾਰ। ਇਹ ਸ਼ਬਦ ਪਤਾ ਕਿਉਂ ਮੈਂ ਆ ਲਾਈਨ ਬਾਰ-ਬਾਰ ਬੋਲਦੀ? ਮੈਨੂੰ ਪਤਾ ਕਿ ਮੇਰੇ ਚੈਨਲ ਤੇ ਜਿਹੜੇ ਬੱਚੇ ਆ ਉਹਨਾਂ ਨੂੰ ਇਹ ਤਾਂ ਯਾਦ ਹੁੰਦਾ ਜਾਂਦਾ ਨਾਲੋਂ ਨਾਲ ਹੀ, ਮਤਲਬ ਕੋਈ ਰੱਟਾ ਲਾਉਣ ਦੀ ਲੋੜ ਹੀ ਨਹੀਂ। ਭਾਗ 5ਵੇਂ ਵਿੱਚ ਕਿਹੜੇ ਭਾਗ ਦੇ ਵਿੱਚ ਕਿੰਨੇ ਆਰਟੀਕਲ ਕਿੰਨੇ ਤੋਂ ਕਿੰਨੇ ਤੱਕ ਕਵਰ ਹੁੰਦੇ ਆ। ਠੀਕ ਆ, ਜਦੋਂ ਅਸੀਂ ਭਾਗ 5ਵੇਂ ਦੇ ਆਰਟੀਕਲ 51 ਤੇ 152 ਦੀ ਗੱਲ ਕਰਦੇ ਆ, ਇਹਦੇ ਵਿੱਚ ਆਉਂਦੀ ਹੈ ਸਾਡੀ ਕੇਂਦਰ ਸਰਕਾਰ। ਇਹਦੇ ਵਿੱਚ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਰਾਸ਼ਟਰਪਤੀ ਕਰਵਾਇਆ, ਫਿਰ ਆਪਾਂ ਉਪ ਰਾਸ਼ਟਰਪਤੀ ਕੀਤਾ ਹਨਾ, ਫਿਰ ਆਪਾਂ ਲੋਕ ਸਭਾ ਕੀਤੀ, ਰਾਜ ਸਭਾ ਜਿਹੜੀ ਸਾਡੀ ਸੰਸਦ ਪਾਰਲੀਮੈਂਟ ਆ ਉਹ ਕੀਤੀ ਹਨਾ, ਤੇ ਉਸ ਤੋਂ ਬਾਅਦ ਆਪਾਂ ਲੋਕ ਸਭਾ ਦਾ ਸਪੀਕਰ ਕੀਤਾ ਹਨਾ। ਕਿਉਂਕਿ ਉਪ ਰਾਸ਼ਟਰਪਤੀ ਜਿਹੜੇ ਆਪਣੇ ਲੋਕ ਸਭਾ ਤੇ ਰਾਜ ਸਭਾ ਜਿਹੜੇ ਆਪਣੇ ਦੋ ਸਦਨ ਆ, ਇਹਨਾਂ ਦੇ ਸਭਾਪਤੀਆਂ ਬਾਰੇ ਪੜ੍ਹਨਾ ਬਹੁਤ ਜ਼ਰੂਰੀ ਸੀ। ਕਿਉਂਕਿ ਜਦੋਂ ਆਪਾਂ ਰਾਜ ਸਭਾ ਦੇ ਸਭਾਪਤੀ ਦੀ ਗੱਲ ਕਰਦੇ ਹਾਂ ਤੇ ਉਹ ਟੌਪਿਕ ਆਪਾਂ ਉਪ ਰਾਸ਼ਟਰਪਤੀ ਵਾਲੇ ਟੌਪਿਕ 'ਚ ਹੀ ਕਰ ਲਿਆ ਸੀ। ਕਿਉਂਕਿ ਉਪ ਰਾਸ਼ਟਰਪਤੀ ਕੀ ਆ? ਰਾਜ ਸਭਾ ਦਾ ਸਭਾਪਤੀ ਹੈ। ਪਰ ਲੋਕ ਸਭਾ ਦਾ ਸਭਾਪਤੀ ਆਪਾਂ ਵੱਖ ਤੋਂ ਕੀਤਾ ਸੀ, ਜਿਹੜਾ ਪਿਛਲੀ ਵੀਡੀਓ ਦੇ ਵਿੱਚ ਆਪਾਂ ਕੀਤਾ ਸੀ ਲੋਕ ਸਭਾ ਦਾ ਸਪੀਕਰ। ਹੁਣ ਆਪਾਂ ਕਿਉਂਕਿ ਆਪਾਂ ਕੀ ਕਰਦੇ ਪਏ ਆ, ਆਪਾਂ ਕੇਂਦਰ ਸਰਕਾਰ ਸੈਂਟਰ ਗਵਰਨਮੈਂਟ ਪੜ੍ਹਦੇ ਪਏ ਆ। ਉਪ ਰਾਸ਼ਟਰਪਤੀ ਪੜ੍ਹ ਲਿਆ, ਰਾਸ਼ਟਰਪਤੀ ਪੜ੍ਹ ਲਿਆ, ਸੰਸਦ ਪੜ੍ਹ ਲਿਆ, ਪਾਰਲੀਮੈਂਟ, ਲੋਕ ਸਭਾ, ਰਾਜ ਸਭਾ, ਸਪੀਕਰ ਸਭ ਪੜ੍ਹ ਲਿਆ। ਹੁਣ ਆਪਣਾ ਰਹਿ ਕੀ ਗਿਆ? ਆਪਣੇ ਰਹਿੰਦੇ ਆ ਸੰਸਦ ਦੇ ਸੈਸ਼ਨ ਰਹਿੰਦੇ ਆ, ਸਾਡੀ ਪਾਰਲੀਮੈਂਟ ਦੇ ਬਿੱਲ ਰਹਿੰਦੇ ਆ, ਸਾਡੀਆਂ ਕਮੇਟੀਆਂ ਰਹਿੰਦੀਆਂ। ਸੋ ਆਪਾਂ ਬਿੱਲ ਤੇ ਕਮੇਟੀਆਂ ਨੂੰ ਕਰਨ ਤੋਂ ਪਹਿਲਾਂ ਆਪਾਂ ਨੂੰ ਸੰਸਦ ਦੇ ਸੈਸ਼ਨ ਪਤਾ ਹੋਣੇ ਚਾਹੀਦੇ। ਇੱਕ ਵਾਰੀ ਇਸ ਤਰੀਕੇ ਦੇ ਨਾਲ ਲਿਖ ਲਓ, ਸਭ ਤੋਂ ਪਹਿਲਾਂ ਹੁੰਦਾ ਵਾ ਸੰਸਦ ਦਾ ਇਜਲਾਸ, ਜਿਹੜਾ ਕਿਹਦੇ ਵੱਲੋਂ ਬੁਲਾਇਆ ਜਾਂਦਾ ਵਾ? ਭਾਰਤ ਦੇ ਰਾਸ਼ਟਰਪਤੀ ਵੱਲੋਂ ਬੁਲਾਇਆ ਜਾਂਦਾ। ਠੀਕ ਹੈ, ਸੰਸਦ ਦਾ ਸੈਸ਼ਨ ਜਿਹੜਾ ਵਾ ਉਹ ਭਾਰਤ ਦੇ ਰਾਸ਼ਟਰਪਤੀ ਵੱਲੋਂ ਬੁਲਾਇਆ ਜਾਂਦਾ। ਠੀਕ ਹੈ, ਇਸ ਤੋਂ ਬਾਅਦ ਸਾਡਾ ਆ ਜਾਂਦਾ ਵਾ ਬਜਟ ਸੈਸ਼ਨ, ਸਾਡਾ ਮਾਨਸੂਨ ਜਾਂ ਵਰਖਾ ਸੈਸ਼ਨ, ਸਾਡਾ ਸਰਦੀਆਂ ਦਾ ਸੈਸ਼ਨ। ਇਸ ਤੋਂ ਬਾਅਦ ਆਉਂਦੀਆਂ ਵਾ ਸਾਡੇ ਸੰਸਦ ਦੀਆਂ ਸ਼ਰਤਾਂ। ਠੀਕ ਹੈ, ਸ਼ਰਤਾਂ ਦੇ ਵਿੱਚ ਸਾਡਾ ਪ੍ਰਸ਼ਨ ਘੰਟਾ ਆ ਜਾਂਦਾ। ਠੀਕ ਹੈ, ਪ੍ਰਸ਼ਨਾਂ ਦੀਆਂ ਕਿਸਮਾਂ ਆਉਂਦੀਆਂ, ਪ੍ਰਸ਼ਨਾਂ ਦੀਆਂ ਵੀ ਕਿਹੜੇ ਪ੍ਰਕਾਰ ਦੇ ਜਿਹੜੇ ਆ ਸੰਸਦ ਦੇ ਵਿੱਚ ਪੁੱਛੇ ਜਾਂਦੇ ਸੈਸ਼ਨਾਂ ਦੇ ਵਿੱਚ। ਤੇ 0 ਘੰਟਾ, ਫਿਰ ਉਸ ਤੋਂ ਬਾਅਦ ਆ ਜਾਂਦਾ ਸਾਡਾ ਅਵਿਸ਼ਵਾਸ ਪ੍ਰਸਤਾਵ, ਵਿਸ਼ਵਾਸ ਮਤਾ, ਸਥਗਨ ਪ੍ਰਸਤਾਵ, ਨਿੰਦਾ ਪ੍ਰਸਤਾਵ, ਧਿਆਨ ਦਿਵਾਓ ਪ੍ਰਸਤਾਵ, ਕਟੌਤੀ ਪ੍ਰਸਤਾਵ। ਅਕਸਰ ਇਹ ਸ਼ਬਦ ਤੁਸੀਂ ਸੁਣੇ ਹੋਣਗੇ, ਪਰ ਤੁਹਾਨੂੰ ਪ੍ਰੈਕਟੀਕਲੀ ਇਹਨਾਂ ਚੀਜ਼ਾਂ ਦਾ ਨਹੀਂ ਪਤਾ ਹੋਊਗਾ, ਜੋ ਅੱਜ ਤੁਹਾਨੂੰ ਪਤਾ ਲੱਗੂਗਾ ਮੇਰੀ ਇਸ ਵੀਡੀਓ ਤੇ। ਜੇਕਰ ਵਾਕਈ ਤੁਸੀਂ ਪੋਲੀਟੀਕਲ ਸਬਜੈਕਟ ਦੇ ਵਿੱਚ ਆਪਣਾ ਇੰਟਰਸਟ ਕ੍ਰੀਏਟ ਕਰਨਾ ਚਾਹੁੰਦੇ ਹੋ ਜਾਂ ਇਹ ਸਬਜੈਕਟ ਤੁਹਾਨੂੰ ਬੋਰਿੰਗ ਲੱਗਦਾ ਵਾ, ਤੇ ਮੇਰੇ ਇਸ ਚੈਨਲ ਤੇ ਬਹੁਤ ਇੱਕ ਚਾਹੁੰਦੀ ਆ, ਸੋ ਤੁਸੀਂ ਐਂਡ ਤੱਕ ਬਣੇ ਰਹੋ। ਹੁਣ ਆਪਾਂ ਕਿੱਥੇ ਜਾਣਾ ਵਾ? ਸੰਸਦ ਦਾ ਇਜਲਾਸ ਤੇ ਚਲੋ ਆਪਾਂ ਕਰ ਲਿਆ। ਸੰਸਦ ਦਾ ਇਜਲਾਸ ਜੇਕਰ ਪੁੱਛਿਆ ਜਾਵੇ ਸਾਲ ਵਿੱਚ 2 ਵਾਰੀ ਹੁੰਦਾ ਵਾ, ਇਸ ਚੀਜ਼ ਨੂੰ ਨੋਟ ਕਰ ਲਓ। ਹੁਣ ਆਪਾਂ ਪਹਿਲੇ ਤੇ ਜਾਂਦੇ ਆ ਬਜਟ ਸੈਸ਼ਨ ਤੇ। ਇਹਨਾਂ ਦਾ ਸਮਾਂ ਜਿਹੜਾ ਵਾ ਨੋਟ ਕਰਦੇ ਜਾਣਾ, ਕਿਹੜਾ ਸੈਸ਼ਨ ਕਿਹੜੇ ਮਹੀਨੇ ਲੱਗਦਾ, ਕਿੰਨਾ ਸਮਾਂ ਚੱਲਦਾ, ਕਿਹੜਾ ਸੈਸ਼ਨ ਵੱਡਾ ਕਿਹੜਾ ਛੋਟਾ। ਕਾਪੀ ਪੈਨ ਤੁਹਾਡੇ ਹੱਥ 'ਚ ਹੋਣਾ ਚਾਹੀਦਾ। ਸਭ ਤੋਂ ਪਹਿਲਾਂ ਹੈਗਾ ਵਾ ਬਜਟ ਸੈਸ਼ਨ। ਜਦੋਂ ਅਸੀਂ ਬਜਟ ਸੈਸ਼ਨ ਦੀ ਗੱਲ ਕਰਦੇ ਆ ਤਾਂ ਇਹ ਫਰਵਰੀ ਮਹੀਨੇ ਵਿੱਚ ਲੱਗਦਾ। ਠੀਕ ਹੈ, ਇਹਦਾ ਜਿਹੜਾ ਓਵਰਆਲ ਸਮਾਂ ਵਾ ਉਹ ਫਰਵਰੀ ਮਹੀਨੇ ਤੋਂ ਲੈ ਕੇ ਤੇ ਮਾਰਚ ਅੱਧ ਤੱਕ ਦਾ ਹੁੰਦਾ। ਜੇਕਰ ਇਹ ਪੁੱਛਿਆ ਜਾਵੇ ਸ਼ੁਰੂ ਕਦੋਂ ਹੁੰਦਾ, ਆਨਸਰ ਮਾਰਚ ਨਹੀਂ ਆਉਣਾ, ਆਨਸਰ ਫਰਵਰੀ ਆਊਗਾ। ਸ਼ੁਰੂ ਫਰਵਰੀ ਦੇ ਮਹੀਨੇ ਸ਼ੁਰੂ ਹੁੰਦਾ ਤੇ ਮਾਰਚ ਅੱਧ ਜਾ ਕੇ ਖਤਮ ਹੋ ਜਾਂਦਾ। ਬਜਟ ਸੈਸ਼ਨ ਜਿਹੜਾ ਹੈਗਾ ਵਾ ਸੰਸਦ ਦਾ ਸਭ ਤੋਂ ਲੰਮਾ ਸੈਸ਼ਨ ਆ। ਠੀਕ ਆ, ਜੇ ਸਭ ਤੋਂ ਲੰਬਾ ਸੈਸ਼ਨ ਜਾਂ ਸਭ ਤੋਂ ਵੱਡਾ ਸੈਸ਼ਨ ਪੁੱਛਿਆ ਜਾਵੇ, ਤੁਹਾਡਾ ਆਨਸਰ ਬਜਟ ਸੈਸ਼ਨ ਆਊਗਾ। ਕਿਉਂਕਿ ਕਿੰਨਾ ਸਮਾਂ ਚੱਲਦਾ ਵਾ? ਲਗਭਗ 2.5 ਮਹੀਨੇ, ਸਭ ਤੋਂ ਲੰਬਾ ਸੈਸ਼ਨ। ਉਸ ਤੋਂ ਬਾਅਦ ਅਗਲਾ ਆਉਂਦਾ ਵਾ ਮਾਨਸੂਨ ਜਾਂ ਵਰਖਾ ਸੈਸ਼ਨ। ਜਦੋਂ ਅਸੀਂ ਮਾਨਸੂਨ ਜਾਂ ਵਰਖਾ ਸੈਸ਼ਨ ਦੀ ਗੱਲ ਕਰਦੇ ਆ ਤਾਂ ਇਹ ਜੁਲਾਈ ਅਗਸਤ ਦੇ ਮਹੀਨੇ ਵਿੱਚ ਲੱਗਦਾ ਤੇ ਸਤੰਬਰ ਵਿੱਚ ਜਾ ਕੇ ਖਤਮ ਹੋ ਜਾਂਦਾ।
ठीक है। ਇਹਦਾ ਸਮਾਂ ਹੁੰਦਾ 20 ਤੋਂ 30 ਦਿਨ ਦਾ। ਹੁਣ ਤੁਸੀਂ ਇੱਥੇ ਕਨਫਿਊਜ਼ ਹੋਵੋਗੇ, ਤੁਸੀਂ ਸੋਚੋਗੇ ਵੀ ਇਹਦੇ ਵਿੱਚ ਤਾਂ 3 ਮਹੀਨੇ ਆ ਗਏ, ਜੁਲਾਈ ਅਗਸਤ ਤੇ ਸਤੰਬਰ, 30 ਮਹੀਨੇ ਆ ਗਏ, ਸੌਰੀ 30 ਮਹੀਨੇ ਆਨੀ ਆ, ਮਤਲਬ 3 ਮਹੀਨੇ ਆ ਗਏ ਹਨਾ, ਤੇ ਸਮਾਂ 20 ਤੋਂ 30 ਦਿਨ ਦਾ ਕਿੱਦਾਂ? ਮਤਲਬ ਕਿ ਜੁਲਾਈ ਦੇ ਵਿੱਚ ਸ਼ੁਰੂ ਹੋ ਕੇ ਇਹਦਾ ਜਿਹੜਾ ਸਮਾਂ ਵਾ ਜੁਲਾਈ ਅਗਸਤ ਤੇ ਸਤੰਬਰ ਦੇ ਵਿੱਚ 20-30 ਦਿਨਾਂ ਦਾ ਹੋ ਸਕਦਾ। ਸਮਝ ਲੱਗੀ ਨਾ? ਜੁਲਾਈ ਅਗਸਤ ਸਤੰਬਰ ਦੇ ਵਿੱਚ ਵਾਲਾ ਜਿਹੜਾ ਸਮਾਂ ਵਾ ਉਹਨਾਂ ਦੇ ਵਿੱਚ 20-30 ਦਿਨ ਦਾ ਹੋ ਸਕਦਾ। ਠੀਕ ਆ, ਤੇ ਇਹ ਜਿਹੜਾ ਵਾ ਇਸ ਚੀਜ਼ ਨੂੰ ਧਿਆਨ ਦੇ ਵਿੱਚ ਰੱਖਿਓ। ਉਸ ਤੋਂ ਬਾਅਦ ਹੈਗਾ ਵਾ ਸਰਦੀਆਂ ਦਾ ਸੈਸ਼ਨ। ਸਰਦੀਆਂ ਦਾ ਸੈਸ਼ਨ ਕਦੋਂ ਲੱਗਦਾ ਵਾ? ਨਵੰਬਰ ਦਸੰਬਰ ਦੇ ਮਹੀਨੇ ਲੱਗਦਾ। ਠੀਕ ਆ, ਇਹਦਾ ਸਮਾਂ ਹੁੰਦਾ ਵਾ ਸਿਰਫ 15 ਤੋਂ 20 ਦਿਨਾਂ ਦਾ। ਮਤਲਬ ਕਿ ਨਵੰਬਰ ਦਸੰਬਰ ਦੇ ਮਹੀਨੇ ਦੇ ਵਿੱਚ 15-20 ਦਿਨ ਦਾ ਜਿਹੜਾ ਇਹਦਾ ਹੁੰਦਾ ਵਾ। ਠੀਕ ਆ, ਤੇ ਇਹ ਸਭ ਤੋਂ ਛੋਟਾ ਸੈਸ਼ਨ ਆ। ਇਹ ਕੀ ਆ? ਸਭ ਤੋਂ ਛੋਟਾ ਸੈਸ਼ਨ ਆ। ਤੇ ਵਰਖਾ ਸੈਸ਼ਨ ਨੂੰ ਅਸੀਂ ਮਾਨਸੂਨ ਸੈਸ਼ਨ ਵੀ ਕਹਿੰਦੇ, ਇਹ ਵੀ ਧਿਆਨ ਦੇ ਵਿੱਚ ਰੱਖਿਓ। ਹੁਣ ਇਹਦੇ ਵਿੱਚੋਂ ਦੋ ਜ਼ਿਆਦਾ ਇੰਪੋਰਟੈਂਟ ਆ। ਇੱਕ ਤਾਂ ਬਜਟ ਸੈਸ਼ਨ ਜ਼ਿਆਦਾ ਇੰਪੋਰਟੈਂਟ ਆ ਕਿਉਂਕਿ ਸਭ ਤੋਂ ਲੰਬਾ ਸੈਸ਼ਨ ਆ, ਤੇ ਇੱਕ ਸਰਦੀਆਂ ਦਾ ਸੈਸ਼ਨ ਜਿਹੜਾ ਇੰਪੋਰਟੈਂਟ ਆ ਕਿਉਂਕਿ ਇਹ ਸਭ ਤੋਂ ਛੋਟਾ ਸੈਸ਼ਨ ਆ। ਠੀਕ ਹੈ, ਇਸ ਚੀਜ਼ ਨੂੰ ਧਿਆਨ ਦੇ ਵਿੱਚ ਰੱਖੋ। ਵੈਸੇ ਤਾਂ ਤੁਹਾਨੂੰ ਯਾਦ ਹੋ ਹੀ ਗਿਆ ਹੋਣਾ ਕਿਉਂਕਿ ਇਹ ਔਖਾ ਨਹੀਂ ਇੰਨਾ ਹਨਾ। ਤੇ ਉਸ ਤੋਂ ਬਾਅਦ ਸਾਡੇ ਦੇਸ਼ ਦੇ ਰਾਸ਼ਟਰਪਤੀ ਕੋਲ ਸੰਬੋਧਨ ਕਰਨ ਦੀ ਸ਼ਕਤੀ ਆ। ਅੱਛਾ, ਜੇਕਰ ਸੰਸਦ ਦੇ ਸੈਸ਼ਨ ਦਾ ਆਰਟੀਕਲ ਪੁੱਛ ਲਿਆ ਜਾਵੇ ਕਿ ਸਾਡੀ ਸੰਸਦ ਦੇ 3 ਸੈਸ਼ਨ ਆ, ਬਜਟ ਸੈਸ਼ਨ ਆ, ਸਰਦੀਆਂ ਦਾ ਸੈਸ਼ਨ ਆ, ਮਾਨਸੂਨ ਸੈਸ਼ਨ ਆ, ਇਹ ਸੈਸ਼ਨ ਭਾਰਤ ਦੇ ਕਿਹੜੇ ਸੰਵਿਧਾਨ ਦੇ ਆਰਟੀਕਲ ਦੇ ਵਿੱਚ ਆਉਂਦੇ ਆ, ਤੇ ਤੁਹਾਡਾ ਆਨਸਰ ਕੀ ਆਊਗਾ? 85। ਆਰਟੀਕਲ 85 ਜਿਹੜਾ ਵਾ ਉਹ ਕਿਹਦੀ ਗੱਲ ਕਰਦਾ ਵਾ? ਸਾਡੀ ਪਾਰਲੀਮੈਂਟ ਦੇ ਸੈਸ਼ਨਾਂ ਦੀ ਗੱਲ ਕਰਦਾ। ਤੇ ਜਿਹੜਾ ਆਰਟੀਕਲ 86 ਆ ਅਗਲਾ 86 ਹਨਾ, ਸਾਡੇ ਦੇਸ਼ ਦੇ ਰਾਸ਼ਟਰਪਤੀ ਕੋਲ ਸੰਬੋਧਨ ਕਰਨ ਦੀ ਜਿਹੜੀ ਸ਼ਕਤੀ ਆ, ਸੰਸਦ ਨੂੰ ਸੰਬੋਧਨ ਕਰ ਸਕਦਾ। ਠੀਕ ਆ, ਇਹ 86 ਆਰਟੀਕਲ ਕਹਿੰਦਾ 86 ਦੇ ਅੰਡਰ ਰਾਸ਼ਟਰਪਤੀ ਦੇ ਕੋਲ ਇਹ ਪਾਵਰ ਆ। ਠੀਕ ਆ, ਰਾਸ਼ਟਰਪਤੀ ਵਿਸ਼ੇਸ਼ ਕੋਈ ਖਾਸ ਸੰਬੋਧਨ ਕਰ ਸਕਦਾ। ਫਰਕ ਆ, ਇਹੋ ਹੀ ਬਰੀਕੀਆਂ ਜਿਹੜੀਆਂ ਵਾ ਮੈਂ ਤੁਹਾਨੂੰ ਸਮਝਾਉਣਾ ਚਾਹੁੰਦੀ ਹੁੰਦੀ ਆ। ਠੀਕ ਹੈ, ਜੇਕਰ ਤੁਹਾਨੂੰ ਪੁੱਛਿਆ ਜਾਵੇ ਕਿ ਰਾਸ਼ਟਰਪਤੀ ਕਿਸੇ ਵਿਸ਼ੇਸ਼ ਤਰ੍ਹਾਂ ਦਾ ਸੰਬੋਧਨ ਕੋਈ ਕਰ ਸਕਦਾ, ਉੱਥੇ ਫਿਰ ਆਰਟੀਕਲ ਤੁਹਾਡਾ 86 ਨਹੀਂ ਆਊਗਾ, ਉੱਥੇ ਆਰਟੀਕਲ 87 ਆਊਗਾ। ਸੰਸਦ ਦਾ ਪਹਿਲਾ ਅਤੇ ਆਖਰੀ ਇਜਲਾਸ ਰਾਸ਼ਟਰਪਤੀ ਹੀ ਲਗਾਉਂਦਾ ਹੈ। ਨਾ ਇਜਲਾਸ ਨਹੀਂ ਆਉਣਾ ਇੱਥੇ, ਗਲਤੀ ਨਾਲ ਮੇਰੇ ਤੋਂ ਲਿਖਿਆ ਗਿਆ, ਸੌਰੀ। ਠੀਕ ਹੈ, ਇਜਲਾਸ ਨਹੀਂ ਆਉਣਾ, ਇੱਥੇ ਆਊਗਾ ਪਹਿਲਾ ਤੇ ਆਖਰੀ ਉਦਘਾਟਨ। ਪਹਿਲਾ ਤੇ ਆਖਰੀ ਉਦਘਾਟਨ ਕੌਣ ਕਰਦਾ ਵਾ? ਰਾਸ਼ਟਰਪਤੀ ਕਰਦਾ ਵਾ। ਰਾਸ਼ਟਰਪਤੀ ਸਾਡੇ ਦੇਸ਼ ਦਾ ਰਾਸ਼ਟਰਪਤੀ ਕਰਦਾ ਹੈ। ਇਸ ਚੀਜ਼ ਨੂੰ ਧਿਆਨ ਦੇ ਵਿੱਚ ਰੱਖਿਓ। ਠੀਕ ਹੈ, ਹੋ ਗਏ ਸਾਡੇ ਸੈਸ਼ਨ। ਉਸ ਤੋਂ ਬਾਅਦ ਆਪਾਂ ਜਾਣਾ ਵਾ ਸੰਸਦ ਦੀਆਂ ਸ਼ਰਤਾਂ ਤੇ। ਅਗਲਾ ਪੁਆਇੰਟ ਆਪਣਾ ਹੈਗਾ ਵਾ ਸੰਸਦ ਦੀਆਂ ਸ਼ਰਤਾਂ। ਜਦੋਂ ਅਸੀਂ ਸੰਸਦ ਦੀਆਂ ਸ਼ਰਤਾਂ ਦੀ ਗੱਲ ਕਰਦੇ ਆ ਨਾ, ਤੇ ਸੰਸਦ ਦੀਆਂ ਸ਼ਰਤਾਂ ਦੇ ਵਿੱਚ ਸਾਡਾ ਆ ਜਾਂਦੇ ਆ ਸਾਡੇ ਪ੍ਰਸ਼ਨਾਂ ਦੀਆਂ ਕਿਸਮਾਂ। ਪ੍ਰਸ਼ਨਾਂ ਦੀਆਂ ਕਿਸਮਾਂ ਵੇਖੋ, ਪਹਿਲਾ ਸਾਡਾ ਹੈਗਾ ਵਾ ਪ੍ਰਸ਼ਨ ਘੰਟਾ। ਪ੍ਰਸ਼ਨ ਘੰਟੇ ਦਾ ਸਮਾਂ ਹੁੰਦਾ ਵਾ 11 ਤੋਂ 12 ਦਾ। ਇਹੀ ਚੀਜ਼ ਇੰਪੋਰਟੈਂਟ ਆ, ਜਿਹਦੇ ਵਿੱਚ ਕੀ ਹੁੰਦੇ ਆ? ਪ੍ਰਸ਼ਨ ਪੁੱਛੇ ਜਾਂਦੇ ਆ। ਇਹਦੇ ਵਿੱਚ ਕੀ ਆ? ਪ੍ਰਸ਼ਨ ਪੁੱਛੇ ਜਾਂਦੇ ਆ। ਮਤਲਬ ਕਿ ਇਹਦੇ ਵਿੱਚ ਜਿਹੜੇ ਮੰਤਰੀ ਆ ਉਹ ਆਪੋ ਆਪਣੇ ਸਵਾਲ ਲੈ ਕੇ ਆਉਂਦੇ ਆ। ਠੀਕ ਆ, ਇਹਦਾ ਸਮਾਂ ਹੁੰਦਾ ਵਾ 11 ਤੋਂ 12 ਦਾ। ਪ੍ਰਸ਼ਨਾਂ ਦੀਆਂ ਕਿਸਮਾਂ ਤੇ ਆ ਜਾਓ। ਤਾਰੇ ਵਾਲੇ ਪ੍ਰਸ਼ਨ। ਤਾਰੇ ਵਾਲੇ ਪ੍ਰਸ਼ਨ ਕਿਹੜੇ ਹੁੰਦੇ ਆ? ਜਿਨ੍ਹਾਂ ਦੇ ਜਵਾਬ ਜ਼ੁਬਾਨੀ ਦੇਣੇ ਹੁੰਦੇ ਆ ਹਨਾ। ਤੇ ਉਸ ਤੋਂ ਬਾਅਦ ਗੈਰ ਤਾਰਾ ਵਾਲੇ ਪ੍ਰਸ਼ਨ, ਜਿਨ੍ਹਾਂ ਦੇ ਜਵਾਬ ਲਿਖਤੀ ਦੇਣੇ ਹੁੰਦੇ ਆ। ਮੈਂ ਅਜੇ ਕੱਲ ਪਰਸੋਂ ਹੀ ਕਿਸੇ ਕਲਾਸ ਦੇ ਵਿੱਚ ਕਿਹਾ ਕਿ ਸੰਸਦ ਟੀਵੀ ਦੇਖਿਆ ਕਰੋ। ਉਹ ਚੈਨਲ ਤੁਹਾਨੂੰ ਪ੍ਰੈਕਟੀਕਲਿਟੀ ਜਿਹੜੀ ਆ ਤੁਹਾਡੇ ਦਿਮਾਗ 'ਚ ਬਿਠਾਊਗਾ। ਕਦੀ ਤੁਸੀਂ ਸੰਸਦ ਦਾ ਸੈਸ਼ਨ ਦੇਖਿਆ? ਮੈਂ ਦੇਖਦੀ ਰਹਿੰਦੀ ਹਾਂ। ਤੁਸੀਂ ਕਦੀ ਦੇਖਿਆ? ਜੇ ਤਾਂ ਤੁਸੀਂ ਕਦੀ ਦੇਖਿਆ ਹੋਊਗਾ, ਤੁਸੀਂ ਦੇਖਿਆ ਹੋਊਗਾ ਕਿ ਜਦੋਂ ਸੈਸ਼ਨ ਚੱਲ ਰਿਹਾ ਹੁੰਦਾ ਵਾ ਤੇ ਮੰਤਰੀ ਉੱਠ ਕੇ ਉਹਨਾਂ ਦੇ ਹੱਥ ਦੇ ਵਿੱਚ ਵਾਈਟ ਪੇਪਰ ਹੁੰਦਾ ਹਨਾ, ਤੇ ਹੱਥ ਦੇ ਵਿੱਚ ਉਹਨਾਂ ਦੇ ਚਿੱਟਾ ਜਿਹਾ ਕਾਗਜ਼ ਹੁੰਦਾ ਵਾ, ਤੇ ਉਹ ਵੇਖ ਕੇ ਜਵਾਬ ਦੇਣ ਡਏ ਹੁੰਦੇ ਆ। ਉਹ ਕੀ ਹੁੰਦੇ ਨੇ? ਉਹ ਗੈਰ ਤਾਰਾ ਪ੍ਰਸ਼ਨ ਹੁੰਦੇ ਨੇ। ਜਿਹੜੇ ਮੰਤਰੀ ਐ ਹੀ ਭਗਵੰਤ ਮਾਨ ਐ ਹਨਾ, ਠੀਕ ਆ, ਤੇ ਜਿਹੜੇ ਮੰਤਰੀ ਉਦਾਂ ਹੀ ਜਵਾਬ ਦੇਣ ਡਏ ਹੁੰਦੇ, ਮਤਲਬ ਉਹਨਾਂ ਦੇ ਹੱਥ ਦੇ ਵਿੱਚ ਕੋਈ ਵੀ ਕਾਗਜ਼ ਵਗੈਰਾ ਨਹੀਂ ਹੁੰਦਾ ਹਨਾ, ਉਹ ਹੁੰਦੇ ਆ ਤਾਰੇ ਵਾਲੇ ਪ੍ਰਸ਼ਨ। ਗੈਰ ਤਾਰੇ ਵਾਲੇ ਪ੍ਰਸ਼ਨ ਲਿਖਤੀ ਹੋਣਗੇ ਤੇ ਤਾਰੇ ਵਾਲੇ ਪ੍ਰਸ਼ਨ ਜ਼ੁਬਾਨੀ ਹੋਣਗੇ। ਉਸ ਤੋਂ ਬਾਅਦ ਆ ਜਾਓ ਪੂਰਕ ਪ੍ਰਸ਼ਨ ਤੇ। ਪੂਰਕ ਪ੍ਰਸ਼ਨ ਕਿਹੜੇ ਹੁੰਦੇ ਆ?
ਜਿਨ੍ਹਾਂ ਪ੍ਰਸ਼ਨਾਂ ਦੇ ਜਵਾਬ ਦੇਣ ਲਈ ਵਧੇਰੇ ਜਾਣਕਾਰੀ ਪ੍ਰਾਪਤ ਕੀਤੀ ਜਾਵੇ। ਮੰਨ ਲਓ ਕਿਸੇ ਮੰਤਰੀ ਨੇ ਕੋਈ ਪ੍ਰਸ਼ਨ ਪੁੱਛਿਆ ਤੇ ਉਹਦਾ ਨੂੰ ਜਵਾਬ ਮਿਲਿਆ, ਉਹਦੇ ਜਵਾਬ ਦੇ ਵਿੱਚ ਉਹ ਹੋਰ ਜ਼ਿਆਦਾ ਪ੍ਰਸ਼ਨ ਕਰ ਰਿਹਾ। ਅੱਛਾ ਜੀ, ਮੈਂ ਤੈਨੂੰ ਐਗਜ਼ਾਮਪਲ ਦੇਵਾਂ ਹਨਾ, ਤੇ ਮੰਨ ਲਓ ਕਿਸੇ ਮੰਤਰੀ ਨੇ ਉੱਠ ਕੇ ਕਿਹਾ ਵੀ ਮੈਂ ਇੰਨੇ ਦੀ ਜਿਹੜੀ ਗ੍ਰਾਂਟ ਆ ਉਹ ਮੈਂ ਫਲਾਣੇ ਏਰੀਏ ਤੇ ਲਾਉਣਾ ਚਾਹੁੰਦਾ ਵਾ ਹਨਾ, ਤੇ ਉਹਦਾ ਅੱਗੋਂ ਸਵਾਲ ਆਊਗਾ ਆਖਰ ਕਿਉਂ ਤੁਸੀਂ ਲਾਉਣਾ ਚਾਹੁੰਦੇ ਹੋ, ਉੱਥੇ ਕੀ ਏਦਾਂ ਦੀ ਚੀਜ਼, ਉੱਥੇ ਕਿੱਦਾਂ ਦਾ ਇੱਕ ਸਿਸਟਮ ਆ, ਕਿਉਂ ਲਾਉਣਾ ਚਾਹੁੰਦੇ ਤੁਸੀਂ ਉੱਥੇ, ਕਿੱਦਾਂ, ਵਜ੍ਹਾ ਕੀ ਇਹਦੇ ਪਿੱਛੇ। ਏਦਾਂ ਇੱਕ ਪ੍ਰਸ਼ਨ ਦੇ ਨਾਲ ਹੋਰ ਜਾਣਕਾਰੀ, ਵਧੇਰੇ ਜਾਣਕਾਰੀ ਪ੍ਰਾਪਤ ਕਰਨ ਲਈ ਪ੍ਰਸ਼ਨ ਪੁੱਛਣਾ, ਉਹ ਹੁੰਦੇ ਆ ਪੂਰਕ ਪ੍ਰਸ਼ਨ। ਠੀਕ ਆ, ਤੇ ਇਹਦੇ ਵਿੱਚ ਧਿਆਨ ਰੱਖਿਓ ਇਹ ਜਵਾਬ ਮੰਤਰੀਆਂ ਨੇ ਬਿਨਾਂ ਕਿਸੇ ਤਿਆਰੀ ਤੋਂ ਦੇਣੇ ਹੁੰਦੇ ਆ। ਮਤਲਬ ਕਿ ਇੱਕ ਪ੍ਰਸ਼ਨ ਦੇ ਜਵਾਬ ਦੇ ਵਿੱਚ ਹੋਰ ਵਧੇਰੇ ਜਾਣਕਾਰੀ ਲੈਣੀ ਆ, ਤੇ ਉਹਨਾਂ ਨੂੰ ਕੀ ਪਤਾ ਵਧੇਰੇ ਜਾਣਕਾਰੀ ਲਈ ਕਿਹੜਾ ਕੁਐਸਚਨ ਪੁੱਛ ਲੈਣਾ। ਇਹਦੇ ਲਈ ਕੋਈ ਤਿਆਰੀ ਨਹੀਂ ਚਾਹੀਦੀ ਹੁੰਦੀ, ਇਹਦੇ ਲਈ ਮੰਤਰੀਆਂ ਨੂੰ ਕੋਈ ਵੀ ਤਿਆਰੀ ਨਹੀਂ ਚਾਹੀਦੀ ਹੁੰਦੀ। ਠੀਕ ਆ, ਇਹ ਪ੍ਰਸ਼ਨਾਂ ਦੇ ਜਿਹੜੇ ਪੂਰਕ ਪ੍ਰਸ਼ਨ ਹੁੰਦੇ ਆ, ਪੂਰਕ ਪ੍ਰਸ਼ਨਾਂ ਦੇ ਜਵਾਬ ਮੰਤਰੀਆਂ ਨੇ ਬਿਨਾਂ ਕਿਸੇ ਤਿਆਰੀ ਦੇ ਦੇਣੇ ਹੁੰਦੇ ਆ। ਤੇ ਸਭ ਤੋਂ ਘੈਂਟ ਚੀਜ਼ ਇਹ ਆ ਵੀ ਪੂਰਕ ਪ੍ਰਸ਼ਨ ਜਿਹੜੇ ਆ ਇਹਨਾਂ ਦੇ ਜਵਾਬ ਕਿੱਥੇ ਲਿਖੇ ਹੁੰਦੇ ਆ, ਪੀਲੇ ਰੰਗ ਦੇ ਕਾਗਜ਼ ਤੇ ਲਿਖੇ ਹੁੰਦੇ ਆ। ਹੁਣ ਨਾ ਇਹ ਚੀਜ਼ ਬਹੁਤ ਜ਼ਿਆਦਾ ਇੰਪੋਰਟੈਂਟ ਆ। ਤਾਰੇ ਵਾਲੇ ਪ੍ਰਸ਼ਨ, ਠੀਕ ਆ, ਗੈਰ ਤਾਰਾ ਪ੍ਰਸ਼ਨ ਜਿਹੜੇ ਲਿਖਦੀ ਆ ਉੱਥੇ ਜਿਹੜਾ ਚਿੱਟਾ ਕਾਗਜ਼ ਹੋਊਗਾ, ਪੂਰਕ ਪ੍ਰਸ਼ਨਾਂ ਤੇ ਕਾਗਜ਼ ਕਿਹੜਾ ਹੋਊਗਾ, ਪੀਲੇ ਰੰਗ ਦਾ ਕਾਗਜ਼ ਹੋਊਗਾ। ਹੁਣ ਨਾ ਸੰਸਦ ਦੇ ਤਾਂ ਦਿਨ ਚ ਪਤਾ ਨਹੀਂ ਕਿੰਨੀ ਵਾਰੀ ਸੈਸ਼ਨ ਦਿਖਾਉਂਦੇ ਆ। ਅੱਜ ਹੀ ਸ਼ਾਮ ਨੂੰ ਦੇਖ ਲਿਓ, ਅੱਜ ਹੀ ਸ਼ਾਮ ਨੂੰ ਦੇਖ ਕੇ ਤੇ ਟੈਲੀਗ੍ਰਾਮ ਤੇ ਮੈਸੇਜ ਕਰ ਦਿਓ ਤੁਹਾਨੂੰ। ਮੈਂ ਪਤਾ ਕੀ ਆ, ਜੇ ਤਾਂ ਤੁਸੀਂ ਦੇਖ ਰਹੇ ਆ, ਜੇ ਕਿਸੇ ਮੰਤਰੀ ਦੇ ਹੱਥ ਦੇ ਵਿੱਚ ਪੀਲਾ ਕਾਗਜ਼ ਫੜਿਆ, ਤੁਹਾਡੇ ਫਟਾਫਟ ਦਿਮਾਗ ਦੇ ਵਿੱਚ ਆ ਜਾਣਾ ਚਾਹੀਦਾ ਵੀ ਇਹ ਕਿਹੜੇ ਨੇ, ਇਹ ਪੂਰਕ ਪ੍ਰਸ਼ਨ ਨੇ। ਜੇ ਕਿਸੇ ਮੰਤਰੀ ਦੇ ਹੱਥ ਦੇ ਵਿੱਚ ਚਿੱਟਾ ਕਾਗਜ਼ ਫੜਿਆ ਤੇ ਤੁਹਾਡੇ ਆ ਜਾਣਾ ਚਾਹੀਦਾ ਦਿਮਾਗ ਦੇ ਵਿੱਚ ਵੀ ਇਹ ਗੈਰ ਤਾਰੇ ਵਾਲੇ ਪ੍ਰਸ਼ਨ ਨੇ। ਉਸ ਤੋਂ ਬਾਅਦ ਆ ਜਾਓ ਸ਼ਾਰਟ ਨੋਟਿਸ ਪ੍ਰਸ਼ਨ ਤੇ। ਸ਼ਾਰਟ ਨੋਟਿਸ ਪ੍ਰਸ਼ਨ ਕੁਝ ਏਦਾਂ ਦੇ ਪ੍ਰਸ਼ਨ ਹੁੰਦੇ ਆ, ਕੁਝ ਖਾਸ ਤਰ੍ਹਾਂ ਦੇ ਪ੍ਰਸ਼ਨ ਹੁੰਦੇ ਆ। ਕੋਈ ਸਮਾਜ ਦੇ ਵਿੱਚ, ਕਿਸੇ ਸਟੇਟ ਦੇ ਵਿੱਚ ਬਹੁਤ ਹੀ ਇੱਕ ਕਹਿ ਲਓ ਕੋਈ ਹਿੰਸਕ ਮੁੱਦਾ ਚੱਲ ਰਿਹਾ ਬਹੁਤ ਜ਼ਿਆਦਾ, ਮਤਲਬ ਕਿ ਕੁਝ ਖਾਸ ਤਰ੍ਹਾਂ ਦੇ ਸਵਾਲ ਹੁੰਦੇ ਆ ਜਿਹੜੇ ਸਵਾਲ ਪੂਰੇ ਸਮਾਜ ਨੂੰ ਪ੍ਰਭਾਵਿਤ ਕਰ ਸਕਦੇ ਆ। ਇਹ ਸਵਾਲ ਪੁੱਛਣ ਲਈ ਸਪੀਕਰ ਤੋਂ 15 ਦਿਨ ਪਹਿਲਾਂ ਦਾ ਨੋਟਿਸ ਜਿਹੜਾ ਵਾ ਲੈਣਾ ਪੈਂਦਾ ਵਾ। ਮਤਲਬ ਕਿ ਜੇ ਅਸੀਂ ਸ਼ਾਰਟ ਨੋਟਿਸ ਪ੍ਰਸ਼ਨ ਪੁੱਛਣੇ ਆ ਤੇ ਸਪੀਕਰ ਨੂੰ 15 ਦਿਨ ਪਹਿਲਾਂ ਇਹਦੇ ਬਾਰੇ ਦੱਸਣਾ ਪਊਗਾ। ਸਪੀਕਰ ਨੂੰ 15 ਦਿਨ ਪਹਿਲਾਂ ਸਪੀਕਰ ਨੂੰ ਨਹੀਂ, ਸਪੀਕਰ ਨੂੰ ਜਿਹਨੇ ਪੁੱਛਣੇ ਆ, ਠੀਕ ਆ, ਜਿਹਨੇ ਪੁੱਛਣੇ ਆ ਉਹਨੂੰ ਨੋਟਿਸ ਦੇਣਾ ਪਊਗਾ ਸਪੀਕਰ ਨੂੰ 15 ਦਿਨ ਪਹਿਲਾਂ। ਇਹਨੂੰ ਕਹਿੰਦੇ ਆਪਾਂ ਸ਼ਾਰਟ ਨੋਟਿਸ ਪ੍ਰਸ਼ਨ। ਅੱਛਾ, ਆਪਣਾ ਪ੍ਰਸ਼ਨ ਘੰਟਾ ਆ ਗਿਆ 11 ਤੋਂ 12, ਜਿਹਦੇ ਵਿੱਚ ਪ੍ਰਸ਼ਨ ਪੁੱਛੇ ਜਾਂਦੇ ਤੇ ਇਹਦੇ ਵਿੱਚ ਆਪਣੀਆਂ ਪ੍ਰਸ਼ਨਾਂ ਦੀਆਂ ਕਿਸਮਾਂ ਆ ਗਈਆਂ ਸੀ। ਹੁਣ ਆਪਾਂ ਜਾਂਦੇ ਆ 0 ਘੰਟੇ ਤੇ। ਠੀਕ ਹੈ, 0 ਘੰਟੇ ਦੀ ਜਦੋਂ ਅਸੀਂ ਗੱਲ ਕਰਦੇ ਹਾਂ, ਇਹ ਪ੍ਰਸ਼ਨ ਘੰਟੇ ਤੋਂ ਤੁਰੰਤ ਬਾਅਦ ਸ਼ੁਰੂ ਹੁੰਦਾ। ਪ੍ਰਸ਼ਨ ਕਾਲ ਦੇ ਏਜੰਡੇ ਵਿਚਲਾ ਸਮਾਂ ਸਿਰਫ 0 ਘੰਟਾ ਹੁੰਦਾ। ਇਸ ਦੇ ਤਹਿਤ ਸੰਸਦ ਦੇ ਮੈਂਬਰ ਬਿਨਾਂ ਕਿਸੇ ਨੋਟਿਸ ਦੇ ਮਾਮਲੇ ਉਠਾ ਸਕਦੇ ਹਨ। ਤੁਸੀਂ ਪਤਾ ਕਿਵੇਂ ਯਾਦ ਰੱਖਣਾ, ਇਹ 0 ਘੰਟਾ ਉਹ ਘੰਟਾ ਹੁੰਦਾ ਵਾ। ਤੁਸੀਂ ਜੇਕਰ ਸੰਸਦ ਦਾ ਸੈਸ਼ਨ ਦੇਖਿਆ ਹੋਏ, ਐਂ ਲੱਗਦਾ ਹੁੰਦਾ ਨਾ ਵੀ ਇਹਨਾਂ ਨੇ ਹੁਣ ਇੱਕ ਦੂਜੇ ਦੇ ਸਿਰ ਪਾੜ ਦੇਣੇ। ਦੇਖਿਆ ਕਦੀ ਸੈਸ਼ਨ? ਐਂ ਲੱਗਦਾ ਹੁੰਦਾ ਵੀ ਲੜਾਈ ਹੋ ਪਈ ਆ ਜਿੱਦਾਂ ਹਨਾ, ਤੇ ਇਹਨਾਂ ਨੇ ਇੱਕ ਦੂਜੇ ਦੇ ਸਿਰ ਪਾੜ ਦੇਣੇ ਤੇ ਸਪੀਕਰ ਕਰ ਰਿਹਾ ਹੁੰਦਾ ਕੂਲ ਡਾਊਨ ਕੂਲ ਡਾਊਨ ਕੂਲ ਡਾਊਨ ਕੂਲ ਡਾਊਨ। ਏਦਾਂ ਵਿਚਾਰਾ ਉਹ ਉੱਤੇ ਤਾਂ ਉੱਚੀ ਬੈਠਾ ਹੁੰਦਾ ਹਨਾ, ਤੇ ਰੌਲਾ ਪਾਈ ਜਾਂਦਾ ਹਨਾ, ਏਦਾਂ ਕਰੀ ਜਾਂਦਾ, ਏਦਾਂ ਉਹ ਘੰਟੇ ਜੀ ਮਾਰੀ ਜਾਂਦਾ ਹਨਾ, ਰੌਲਾ ਜਿਹਾ ਪੈਣ ਡਿਆ ਹੁੰਦਾ। ਉਹ ਹੁੰਦਾ ਵਾ 0 ਘੰਟਾ। ਠੀਕ ਆ, ਉਸ ਤੋਂ ਬਾਅਦ ਆ ਜਾਓ ਅਵਿਸ਼ਵਾਸ ਪ੍ਰਸਤਾਵ ਤੇ। ਜੇਕਰ ਕਿਸੇ ਮੰਤਰੀ ਦੇ ਵਿਰੁੱਧ ਜਾਂ ਸਰਕਾਰ ਦੇ ਵਿਰੁੱਧ ਅਵਿਸ਼ਵਾਸ ਪ੍ਰਸਤਾਵ ਰੱਖ ਦਿੱਤਾ ਜਾਵੇ, ਅਵਿਸ਼ਵਾਸ ਦਾ ਮਤਾ ਪਾਸ ਕਰ ਦਿੱਤਾ ਜਾਵੇ, ਸਰਕਾਰ ਡਿੱਗ ਜਾਂਦੀ ਆ। ਹੁਣ ਵੇਖੋ, ਜਦੋਂ ਵੀ ਅਵਿਸ਼ਵਾਸ ਦਾ ਬਿੱਲ ਪੇਸ਼ ਕਰਨਾ, ਬਿੱਲ ਤਾਂ ਪੇਸ਼ ਕਰਨਾ ਪਊ ਨਾ, ਬਿੱਲ ਹਮੇਸ਼ਾ ਹੀ ਲੋਕ ਸਭਾ ਵਿੱਚ ਰੱਖਿਆ ਜਾਊਗਾ। ਇਹ ਚੀਜ਼ਾਂ ਤੁਹਾਡੀਆਂ ਅੱਗੇ ਜਾ ਕੇ ਵੀ ਕਲੀਅਰ ਹੋਣਗੀਆਂ, ਕਿਉਂਕਿ ਇਸ ਤੋਂ ਬਾਅਦ ਆਪਾਂ ਬਿੱਲ ਹੀ ਕਰਨੇ ਆ। ਠੀਕ ਆ, 50 ਐਮਪੀਆਂ ਦੇ ਦਸਤਖਤ ਜ਼ਰੂਰੀ ਆ ਜਦੋਂ ਅਸੀਂ ਅਵਿਸ਼ਵਾਸ ਦਾ ਬਿੱਲ ਪੇਸ਼ ਕਰਨਾ। ਜੇਕਰ 50 ਐਮਪੀਆਂ ਨੇ ਦਸਤਖਤ ਕਰਤੇ ਫਿਰ ਬਿੱਲ ਪੇਸ਼ ਹੋਊਗਾ ਹਨਾ, ਫਿਰ ਨਹੀਂ। ਉਸ ਤੋਂ ਬਾਅਦ ਬਿੱਲ ਹਮੇਸ਼ਾ ਵਿਰੋਧੀ ਧਿਰ ਵੱਲੋਂ ਰੱਖਿਆ ਜਾਊਗਾ। ਬਿੱਲ ਹਮੇਸ਼ਾ ਵਿਰੋਧੀ
ਆਪੋਜ਼ਿਟ ਪਾਰਟੀ ਰੱਖੂਗੀ। ਫੋਰ ਐਗਜ਼ਾਮਪਲ ਜਿੱਦਾਂ ਭਗਵੰਤ ਮਾਨ ਦੀ ਸਰਕਾਰ ਆ ਹਨਾ, ਤੇ ਪਾਰਲੀਮੈਂਟ ਦੇ ਵਿੱਚ ਕਹਿ ਲਓ ਵੀ ਬਾਦਲ ਹੁਣੀ, ਹਰਸਿਮਰਤ ਕੌਰ ਬਾਦਲ ਹੁਣੀ ਕਰ ਦੇਣ ਵੀ ਜਿਵੇਂ ਇਹ ਬਿੱਲ ਰੱਖਣ, ਵਿਰੋਧੀ ਧਿਰ ਆ ਹਨਾ, ਤੇ ਇਹ ਬਿੱਲ ਰੱਖਣ, ਇਹ ਸਿਸਟਮ ਆ ਹਨਾ, ਇਹ ਬਿੱਲ ਰੱਖਣ ਤੇ 50 MP ਦਸਤਕ ਕਰ ਦੇਣ, ਤੇ ਜੇਕਰ ਬਹੁਮਤ ਨਾ ਮਿਲਿਆ, ਬਹੁਮਤ ਨਾ ਮਿਲਿਆ ਤੇ ਸਰਕਾਰ ਡਿੱਗ ਜਾਂਦੀ ਆ। ਸਰਕਾਰ ਡਿੱਗ ਜਾਂਦੀ ਇਹਦਾ ਮਤਲਬ ਇਹ ਨਹੀਂ ਵੀ ਖੱਡ 'ਚ ਡਿੱਗ ਜਾਂਦੀ ਆ, ਮਤਲਬ ਕਿ ਸਰਕਾਰ ਬਸ ਗਈ, ਸਰਕਾਰ ਦਾ ਸਾਰੀ ਸੱਤਾ ਜਿਹੜੀ ਆ ਉਹ ਖਤਮ ਹੋ ਜਾਂਦੀ ਆ ਜੇਕਰ ਇਹ ਅਵਿਸ਼ਵਾਸ ਦਾ ਮਤਾ ਪੂਰੀ ਮੈਜੋਰਟੀ ਦੇ ਨਾਲ ਪਾਸ ਹੋ ਜਾਂਦਾ ਵਾ। ਠੀਕ ਆ, ਤੇ ਇਸ ਤੋਂ ਬਾਅਦ ਆਪਣਾ ਆਉਂਦਾ ਵਾ ਵਿਸ਼ਵਾਸ ਦਾ ਮਤਾ। ਠੀਕ ਆ, ਹਾਂ ਇੱਕ ਚੀਜ਼ ਹੋਰ, ਜੇਕਰ ਤੁਹਾਨੂੰ ਪੁੱਛਿਆ ਜਾਵੇ ਵੀ ਐਦਾਂ ਦੀ ਕਿਹੜੀ ਸਰਕਾਰ ਸੀ ਜਿਹੜੀ ਅਵਿਸ਼ਵਾਸ ਦਾ ਜਿਹੜਾ ਸੀਗਾ ਬਹੁਮਤ ਨਾ ਮਿਲਣ ਤੇ ਡਿੱਗ ਗਈ, 1963 ਦੇ ਵਿੱਚ ਨਹਿਰੂ ਦੀ ਸਰਕਾਰ ਸੀ। 1963 ਦੇ ਵਿੱਚ ਨਹਿਰੂ ਦੀ ਸਰਕਾਰ ਸੀ। ਬਹੁਤ ਇੰਪੋਰਟੈਂਟ ਪੁਆਇੰਟ ਆ, ਨੋਟ ਕਰਕੇ ਰੱਖ ਲਓ। ਅਵਿਸ਼ਵਾਸ ਦੇ ਮਤੇ ਦੇ ਨਾਲ ਜਿਹੜੀ ਸਰਕਾਰ ਸੁੱਟੀ ਗਈ ਸੀ ਉਹ ਹੈਗੀ ਸੀ ਨਹਿਰੂ ਦੀ ਸਰਕਾਰ ਸਨ 1963 ਦੇ ਵਿੱਚ। ਠੀਕ ਹੈ, ਜੇਕਰ ਵਿਸ਼ਵਾਸ ਦਾ ਮਤਾ ਪੁੱਛਿਆ ਜਾਵੇ, ਇਹ ਆ ਤੇ ਹੋ ਗਿਆ ਅਵਿਸ਼ਵਾਸ ਦਾ ਮਤਾ, ਤੇ ਅਗਲਾ ਸਾਡਾ ਹੈਗਾ ਵਾ ਵਿਸ਼ਵਾਸ ਦਾ ਮਤਾ। ਠੀਕ ਹੈ, ਵਿਸ਼ਵਾਸ ਦਾ ਜਿਹੜਾ ਮਤਾ ਨਾ, ਠੀਕ ਹੈ, ਇਹ ਕਹਿ ਲਓ ਵੀ ਜਿਹੜੀ ਸੱਤਾ 'ਚ ਧਿਰ ਆ, ਸੱਤਾ 'ਚ ਮਤਲਬ ਜਿਹੜੀ ਸਰਕਾਰ ਸੱਤਾ 'ਚ ਆ, ਇੱਥੇ ਕੀ ਸੀ ਵੀ ਜਿਹੜਾ ਅਵਿਸ਼ਵਾਸ ਦਾ ਮਤਾ ਵਾ ਇਹ ਹਮੇਸ਼ਾ ਵਿਰੋਧੀ ਧਿਰ ਰੱਖ ਸਕਦੀ ਆ, ਪਰ ਜਿਹੜਾ ਵਿਸ਼ਵਾਸ ਦਾ ਮਤਾ ਵਾ ਇਹ ਕਿਹੜੀ ਸਰਕਾਰ ਰੱਖ ਸਕਦੀ ਆ, ਕਿਹੜੀ ਧਿਰ ਰੱਖ ਸਕਦੀ ਆ, ਜਿਹੜੀ ਸੱਤਾ ਦੇ ਵਿੱਚ ਆ। ਸੱਤਾ ਦੇ ਵਿੱਚ ਕਿਹੜੀ ਆ, ਸਾਡੇ ਹੁਣ ਬੀਜੇਪੀ ਆ ਹਨਾ, ਹੁਣ ਤਾਂ ਚੱਲ ਚੋਣ ਜਾਬਤਾ ਲੱਗ ਗਿਆ, ਇਲੈਕਸ਼ਨ ਸਟਾਰਟ ਹੋ ਗਿਆ। ਇਸ ਤੋਂ ਪਹਿਲਾਂ ਦੀ ਆਪਾਂ ਜੇਕਰ ਗੱਲ ਕਰੀਏ ਵੀ ਬੀਜੇਪੀ ਦੀ ਸਰਕਾਰ ਆ ਸੈਂਟਰ ਲੈਵਲ ਤੇ ਹਨਾ, ਤੇ ਸਾਡੇ ਕਿਹੜੀ ਆ, ਸਾਡੇ ਭਗਵੰਤ ਮਾਨ ਦੀ ਸਰਕਾਰ ਆ। ਹੁਣ ਇਹ ਉਧਰੋਂ ਸੱਤਾ 'ਚ ਕਿਹੜੀ ਸਰਕਾਰ ਆ, ਬੀਜੇਪੀ, ਤੇ ਇਧਰੋਂ ਸਾਡੇ ਸੱਤਾ 'ਚ ਕਿਹੜੀ ਸਰਕਾਰ ਆ, ਆਮ ਆਦਮੀ ਸਰਕਾਰ ਹਨਾ। ਸੋ ਇਹ ਵਿਸ਼ਵਾਸ ਦਾ ਮਤਾ ਰੱਖ ਸਕਦੇ ਆ ਇਹ, ਤੇ ਤੁਹਾਨੂੰ ਬਸ ਤੁਸੀਂ ਕੀ ਯਾਦ ਰੱਖਣਾ, ਅਵਿਸ਼ਵਾਸ ਦਾ ਮਤਾ ਹਮੇਸ਼ਾ ਵਿਰੋਧੀ ਧਿਰ ਰੱਖੂਗੀ, ਵਿਸ਼ਵਾਸ ਦਾ ਮਤਾ ਜਿਹੜਾ ਵਾ ਉਹ ਕਿਹੜੀ ਸਰਕਾਰ ਰੱਖੂਗੀ, ਜਿਹੜੀ ਸੱਤਾ ਦੇ ਵਿੱਚ ਹੈਗੀ ਆ। ਠੀਕ ਆ, ਉਸ ਤੋਂ ਬਾਅਦ ਸਾਡਾ ਅਗਲਾ ਪੁਆਇੰਟ ਆਉਂਦਾ ਵਾ, ਅਗਲੇ ਪੇਜ ਤੇ ਚੱਲਦੇ ਆ, ਅਗਲੇ ਪੁਆਇੰਟ ਤੇ। ਸਥਗਨ ਪ੍ਰਸਤਾਵ, ਅਵਿਸ਼ਵਾਸ ਤੇ ਵਿਸ਼ਵਾਸ ਦੇ ਪ੍ਰਸਤਾਵ ਤੋਂ ਬਾਅਦ ਅਗਲਾ ਆਉਂਦਾ ਸਥਗਨ। ਆਪਾਂ ਕਹਿੰਦੇ ਨਹੀਂ ਦੇ, ਕਦੀ ਸੁਣਿਆ ਨਿਊਜ਼ ਵਾਲਾ ਜਦੋਂ ਖਬਰਾਂ ਦਿੰਦਾ ਹੁੰਦਾ, ਸੰਸਦ ਕੀ ਕਾਰਵਾਈ ਸਥਗਿਤ ਕਰ ਦੀ ਗਈ ਹੈ, ਉਹ ਜਿਹੜੀਆਂ ਹਿੰਦੀ 'ਚ ਖਬਰਾਂ ਆਉਂਦੀਆਂ ਹੁੰਦੀਆਂ ਹਨ, ਉਹ ਕੀ ਆ ਵੀ ਕਿਸੇ ਜਨਤਕ ਮਹੱਤਵ ਦੀ ਘਟਨਾ ਤੇ ਵਿਚਾਰ ਕਰਨ ਲਈ ਪੇਸ਼ ਕੀਤਾ ਜਾਂਦਾ ਹੈ। ਮਤਲਬ ਕਿ ਸਮਾਜ ਦੇ ਵਿੱਚ ਕੋਈ ਐਦਾਂ ਦੀ ਘਟਨਾ ਚੱਲ ਰਹੀ ਆ ਜਿਹਦੇ ਤੇ ਵਿਚਾਰ ਕਰਨ ਦੀ ਬਹੁਤ ਜ਼ਿਆਦਾ ਲੋੜ ਆ, ਤੇ ਉਹਦੇ ਤੇ ਚਰਚਾ ਕਰਨ ਦੇ ਲਈ ਸੰਸਦ ਦੀ ਜਿਹੜੀ ਬਾਕੀ ਦੀ ਕਾਰਵਾਈ ਆ ਉਹ ਰੋਕ ਦਿੱਤੀ ਜਾਊਗੀ। ਉਹ ਹੁੰਦਾ ਵਾ ਸਥਗਿਤ। ਵੈਸੇ ਸਥਗਿਤ ਦਾ ਮਤਲਬ ਪਤਾ ਕੀ ਹੁੰਦਾ, ਸਥਗਿਤ ਕਰਨਾ ਮਤਲਬ ਕਿਸੇ ਚੀਜ਼ ਨੂੰ ਰੋਕ ਦੇਣਾ, ਤੇ ਇਹਦਾ ਹੁਣ ਸਥਗਿਤ ਪ੍ਰਸਤਾਵ ਦਾ ਮਤਲਬ ਇਹ ਆ ਕਿ ਸਮਾਜ ਦੇ ਵਿੱਚ ਕੋਈ ਮੁੱਦਾ ਵਾ ਬਹੁਤ ਜ਼ਿਆਦਾ ਅਹਿਮ ਇੰਪੋਰਟੈਂਟ ਚੱਲ ਰਿਹਾ, ਉਹਦੇ ਤੇ ਵਿਚਾਰ ਕਰਨੀ ਆ, ਤੇ ਸੰਸਦ ਦੀ ਜਿਹੜੀ ਬਾਕੀ ਕਾਰਵਾਈ ਆ ਉਹ ਰੋਕ ਦਿੱਤੀ ਜਾਊਗੀ। ਉਸ ਤੋਂ ਬਾਅਦ ਆ ਗਿਆ ਨਿੰਦਾ ਪ੍ਰਸਤਾਵ। ਜਦੋਂ ਅਸੀਂ ਨਿੰਦਾ ਪ੍ਰਸਤਾਵ ਦੀ ਗੱਲ ਕਰਦੇ ਹਾਂ, ਤੇ ਨਿੰਦਾ ਪ੍ਰਸਤਾਵ ਜਿਹੜਾ ਵਾ ਨਾ, ਇਹ ਸਰਕਾਰ ਦੀਆਂ ਨੀਤੀਆਂ ਦੀ ਜਦੋਂ ਅਸੀਂ ਆਲੋਚਨਾ ਕਰਦੇ ਹਾਂ ਉਹ ਹੁੰਦਾ ਵਾ ਨਿੰਦਾ ਪ੍ਰਸਤਾਵ ਹਨਾ। ਹੁਣ ਆਪਾਂ ਵੀ ਆਲੋਚਨਾ ਕਰਦੇ ਹੀ ਆ, ਪਰ ਆਪਾਂ ਸੰਸਦ ਦੇ ਵਿੱਚ ਨਹੀਂ, ਆਪਾਂ ਸੰਸਦ ਤੋਂ ਬਾਹਰ ਆ। ਤੇ ਸੰਸਦ ਦੇ ਜਦੋਂ ਅਸੀਂ ਸੰਸਦ ਦੀ ਗੱਲ ਕਰਦੇ ਹਾਂ ਸੈਸ਼ਨ ਦੀ, ਤਾਂ ਉਹਦੇ ਵਿੱਚ ਵੀ ਨਿੰਦਾ ਕਿੰਨੀ ਹੁੰਦੀ, ਕਿੰਨੇ ਸਵਾਲ ਜਵਾਬ ਹੁੰਦੇ ਆ, ਪਰ ਤੁਸੀਂ ਤਾਂ ਕਦੀ ਸੰਸਦ ਨਹੀਂ ਕਦੇ ਦੇਖਿਆ ਨਹੀਂ ਪ੍ਰੈਕਟੀਕਲੀ। ਕੀ ਕਰਾਂ ਤਾਂ ਮੈਂ ਤੁਹਾਡਾ ਹਨਾ, ਮੈਂ ਕਹਿ ਕੇ ਥੱਕ ਗਈ ਵੀ ਪ੍ਰੈਕਟੀਕਲੀ ਦੇਖਿਆ ਕਰੋ ਚੀਜ਼ਾਂ ਨੂੰ। ਧਿਆਨ ਦਿਵਾਊ ਪ੍ਰਸਤਾਵ ਇਹ ਹੁੰਦਾ ਵਾ, ਸਾਡੇ ਭਾਰਤ ਦੇ ਵਿੱਚ ਪੰਜਾਬ ਦੀ ਗੱਲ ਲੈ ਲਓ, ਸਾਡੇ ਤਾਂ ਸਭ ਤੋਂ ਜ਼ਿਆਦਾ ਚੱਲਦਾ ਹੀ ਇਹੋ, ਮੰਤਰੀ ਪਰਿਸ਼ਦ ਦਾ ਧਿਆਨ ਦੇਸ਼ ਵਿਦੇਸ਼ ਵਿੱਚ ਘਟਨਾ ਹੋਣ ਲਈ ਦਿਵਾਉਣਾ। ਧਰਨੇ, ਪ੍ਰੋਟੈਸਟ, ਸੜਕਾਂ ਜਾਮ, ਰੇਲ ਜਾਮ, ਕਿੰਨਾ ਕੁਝ। ਧਿਆਨ ਦਿਵਾਊ ਪ੍ਰਸਤਾਵ ਹਨਾ, ਮਤਲਬ ਇਹ ਵੀ ਇੱਕ ਹੁਣ ਧਿਆਨ ਦਿਵਾਊ ਪ੍ਰਸਤਾਵ ਕਦੋਂ ਪੇਸ਼ ਕੀਤਾ ਜਾਊਗਾ, ਇੱਕ ਬੰਨੇ ਤੇ ਬਾਹਰ ਸੜਕਾਂ ਜਾਮ, ਧਰਨਾ ਧੁਰਨਾ ਲੱਗਾ ਵਾ, ਤੇ ਸੰਸਦ 'ਚ ਆਪਦੇ ਸੈਸ਼ਨ ਚੱਲੀ ਜਾਂਦੇ ਆ,
ਇਹ ਤੇ ਫਿਰ ਗੱਲ ਨਹੀਂ ਨਾ ਕੋਈ ਹੋਊ, ਫਿਰ ਉੱਥੇ ਕੀ ਪੇਸ਼ ਕੀਤਾ ਜਾਊਗਾ? ਧਿਆਨ ਦਿਵਾਊ ਪ੍ਰਸਤਾਵ। ਸਮਝ ਲੱਗੀ ਨਾ ਇਸ ਚੀਜ਼ ਦੀ? ਉਸ ਤੋਂ ਬਾਅਦ ਅਗਲਾ ਆ ਗਿਆ ਕਟੌਤੀ ਪ੍ਰਸਤਾਵ, ਮਤਲਬ ਕਿਸੇ ਮੰਤਰੀ ਦੀ ਤਨਖਾਹ ਘੱਟ ਕਰਨੀ। ਯਾਰ ਇਹਨੂੰ ਕਿੱਧਰ ਦਾ ਲੱਖ ਲੱਖ ਦੇਈ ਜਾਂਦੇ ਆ, ਕੱਟੋ ਇਹਦਾ 50,000 50 ਦੋ ਇਹਨੂੰ, ਹਨਾ? ਇਹ ਚੀਜ਼ਾਂ ਠੀਕ ਹੈ। ਕਟੌਤੀ ਪ੍ਰਸਤਾਵ ਜਦੋਂ ਅਸੀਂ ਕਿਸੇ ਮੰਤਰੀ ਦੀ, ਆਪਾਂ ਨਹੀਂ, ਜਦੋਂ ਕਿਸੇ ਮੰਤਰੀ ਦੀ ਤਨਖਾਹ ਘੱਟ ਕਰਨੀ ਆ ਤੇ ਜਾਂ ਸਰਕਾਰ ਦੀ ਇੱਛਾ ਦੇ ਵਿਰੁੱਧ ਜਾ ਕੇ ਕਿਸੇ ਬਜਟ ਦੇ ਵਿੱਚ ਕਟੌਤੀ ਕਰਨੀ, ਠੀਕ ਆ। ਇਹਦੇ ਨਾਲ ਹੀ ਸਾਡੇ ਜਿਹੜੇ ਸੰਸਦ ਦੇ ਸੈਸ਼ਨ ਆ ਉਹ ਹੁੰਦੇ ਆ ਕੰਪਲੀਟ। ਮੈਂ ਬਹੁਤ ਬਰੀਕੀ ਦੇ ਨਾਲ ਪੋਲਿਟੀ ਕਰਵਾ ਰਹੀ ਹਾਂ। ਪੂਰਾ ਕੌਂਸਟੀਟਿਊਸ਼ਨ ਅਲੱਗ ਤੋਂ ਚੱਲ ਰਿਹਾ। ਇਹ ਕਿਸੇ ਵੀ ਕੰਪੀਟੀਟਿਵ ਐਗਜ਼ਾਮ ਦੇ ਲਈ ਹੈਲਪਫੁਲ ਆ। ਤੇ ਪੀਐਸਟੈਟ ਵਾਲਿਆਂ ਲਈ ਐਨਸੀਆਰਟੀ ਦੀ ਪੋਲਿਟੀ ਇੱਕ ਵੱਖਰੀ ਚੱਲ ਰਹੀ ਆ, ਕੁਝ ਵੀ ਨਹੀਂ ਛੱਡ ਰਹੀ। ਮੇਰੇ ਕਰਵਾਏ ਹੋਏ ਚੋਂ ਇੱਕ ਵੀ ਕੁਐਸਚਨ ਜਿਹੜਾ ਬਾਹਰ ਨਹੀਂ ਆਉਣਾ ਜੇਕਰ ਮੈਂ ਪੋਲੀਟੀਕਲ ਦੀ ਗੱਲ ਕਰਾਂ, ਕਿਉਂਕਿ ਕਲਾਸ ਕਾਹਦੀ ਆਪਣੀ ਪੋਲਿਟੀ ਦੀ। ਸੋ ਆਪਣਾ ਟੌਪਿਕ ਹੈਗਾ ਸੀ ਸੰਸਦ ਦੇ ਸੈਸ਼ਨ, ਸੰਸਦ ਦੇ ਬਿੱਲ ਤੇ ਸੰਸਦ ਦੀਆਂ ਕਮੇਟੀਆਂ, ਠੀਕ ਆ। ਆਪਾਂ ਸੈਸ਼ਨ ਕਰ ਲਏ। ਮਿਲਦੇ ਆ ਫਿਰ ਅਗਲੀ ਵੀਡੀਓ ਦੇ ਵਿੱਚ। ਅਗਲੀ ਵੀਡੀਓ ਦੇ ਵਿੱਚ ਆਪਾਂ ਕੀ ਕਰਨਾ ਵਾ? ਬਿੱਲ ਤੋਂ ਬਾਅਦ ਕਮੇਟੀਆਂ, ਤੇ ਇਹਦੇ ਨਾਲ ਹੀ ਅੱਗੇ ਫਿਰ ਸਾਡਾ ਪ੍ਰਧਾਨ ਮੰਤਰੀ ਆ ਜਾਊਗਾ, ਕੈਬਨਿਟ ਮੰਤਰੀ ਆ ਜਾਣਗੇ, ਤੇ ਫਿਰ ਸਾਡਾ ਭਾਗ 5ਵਾਂ ਆਰਟੀਕਲ 51 ਤੇ 152 ਹੋ ਜਾਣਗੇ ਕੰਪਲੀਟ। ਤੇ ਜੇਕਰ ਤੁਹਾਨੂੰ ਵਾਕਿਆ ਹੀ ਹੁਣ ਲੱਗਣ ਲੱਗ ਗਿਆ ਕਿ ਪੋਲੀਟੀਕਲ ਤਾਂ ਈਜ਼ੀ ਬੜੀ ਆ, ਕਿਉਂਕਿ ਕੁਝ ਵੀ ਔਖਾ ਨਹੀਂ ਹੁੰਦਾ, ਬਸ ਸਮਝਣ ਦੀ ਗੱਲ ਹੁੰਦੀ ਆ। ਤੇ ਜੇਕਰ ਟੀਚਿੰਗ ਮੈਥਡ ਵਧੀਆ ਲੱਗੇ ਤਾਂ ਸਪੋਰਟ ਜ਼ਰੂਰ ਦਿਖਾਇਆ ਕਰੋ, ਹਨਾ? ਕਿਉਂਕਿ ਇੱਦਾਂ ਦੇ ਕੰਟੈਂਟ ਦੀ ਸਾਰਿਆਂ ਨੂੰ ਬਹੁਤ ਜ਼ਿਆਦਾ ਜ਼ਰੂਰਤ ਆ। ਇਹੀ ਸੋਚ ਕੇ ਸ਼ੇਅਰ ਕਰ ਦਿਆ ਕਰੋ ਤੇ ਕਮੈਂਟ ਕਰਕੇ ਦੱਸਿਓ ਕਲਾਸ ਕਿਵੇਂ ਲੱਗੀ। ਤੇ ਫਿਰ ਆਪਾਂ ਮਿਲਦੇ ਹਾਂ ਅਗਲੀ ਬਿੱਲਾਂ ਵਾਲੀ ਵੀਡੀਓ ਦੇ ਵਿੱਚ। ਸਤਿ ਸ਼੍ਰੀ ਅਕਾਲ ਸਾਰਿਆਂ ਨੂੰ।